ਵਗਦੇ ਪਾਣੀਆਂ ਦਾ ਸੰਗੀਤ। ਮਾਂ ਅਤੇ ਦਾਰਜੀ ਦਾ ਸਫ਼ਰ। ਮਾਂ ਦਾ ਜਨਮ ਸਥਾਨ ਸੀ ਲਾਹੌਰ ਅਤੇ ਉਸ ਦਾ ਜਨਮ 25 ਨਵੰਬਰ 1929 ਵਿੱਚ ਪਿਤਾ ਲਾਲਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਹੋਇਆ ਸੀ। ਦਾਰਜੀ ਦੀ ਪੈਦਾਇਸ਼ ਗੁਜਰਾਂਵਾਲਾ ਦੀ ਸੀ। ਉਹਨਾਂ ਦਾ ਜਨਮ 18 ਜਨਵਰੀ 1923 ਵਿੱਚ ਪਿਤਾ ਸਰਦਾਰ ਸੁਰਜੀਤ ਸਿੰਘ ਅਤੇ ਮਾਤਾ ਤਾਰਾਵਤੀ ਦੇ ਘਰ ਹੋਇਆ ਸੀ। ਮਾਂ ਤੇ ਦਾਰਜੀ ਦਾ ਸਫ਼ਰ ਲਾਹੌਰ ਸ਼ਹਿਰ ਤੋਂ ਸ਼ੁਰੂ ਹੋਇਆ, ਜੋ ਕਿ ਪੰਜਾਬੀਆਂ ਦੀ ਜਾਨ ਹੈ। ਦਾਰਜੀ ਨੇ ਪਹਿਲੀ ਵਾਰੀ ਜਦ ਮਾਂ ਨੂੰ ਤੱਕਿਆ ਸੀ, ਉਹ ਆਪਣੀ ਭੈਣ ਤਾਇਆ ਜੀ ਦੀ ਬੇਟੀ ਦੇ ਘਰ ਆਏ ਹੋਏ ਸਨ। ਉਹ ਭੈਣ ਮਾਂ ਦੀ ਵੱਡੀ ਭਰਜਾਈ ਸੀ, ਯਾਨੀ ਜਸਵੰਤ ਮਾਮਾ ਜੀ ਦੀ ਪਤਨੀ, ਮਾਮੀ ਜਗਦੀਸ਼ ਕੌਰ। ਨਾਨੀ ਨੇ ਪਾਈਆ ਜੀ ਦੇ ਨਾਲ ਮਾਂ ਨੂੰ ਭੇਜਿਆ ਸੀ ਕਿ ਭਰਾ ਭਰਜਾਈ ਨੂੰ ਯਾਨੀ ਨੂੰਹ ਪੁੱਤਰ ਨੂੰ ਮਿਲ ਆਓ। ਦਾਰਜੀ ਨੂੰ ਮਿਲਣ ਦਾ ਤਾਂ ਇੱਕ ਬਹਾਨਾ ਹੀ ਸੀ, ਜੋ ਕਿ ਮਾਂ ਕੋਲੋਂ ਲੁਕਾਇਆ ਗਿਆ ਸੀ, ਨਹੀਂ ਤਾਂ ਉਸਨੇ ਤੇ ਜਾਣਾ ਹੀ ਨਹੀਂ ਸੀ। ਜਦੋਂ ਪਾਈਆ ਜੀ ਮਾਂ ਨਾਲ ਉੱਥੇ ਪੁੱਜੇ, ਉਦੋਂ ਦਾਰਜੀ ਬੈਠਕ ਵਿੱਚ ਬੈਠੇ ਹੋਏ ਸਨ। ਉੱਥੇ ਦਾਰਜੀ ਦੀਆਂ ਭੈਣਾਂ ਅਤੇ ਤਾਇਆ ਜੀ, ਤਾਈ ਜੀ ਸਾਰੇ ਰਲ ਮਿਲ ਗੱਪਾਂ ਮਾਰ ਰਹੇ ਸਨ। ਝੱਟ ਸਾਰਿਆਂ ਨੇ ਜੱਫੀਆਂ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਮਾਂ ਨੂੰ ਗੀਤ ਸੁਣਾਉਣ ਲਈ ਵੀ ਆਖ ਦਿੱਤਾ। ਝਿਜਕਦੀ ਤਾਂ ਉਹ ਬਿਲਕੁਲ ਵੀ ਨਹੀਂ ਸੀ, ਝੱਟ ਗਾਉਣ ਲੱਗ ਪਈ। ਸਾਰਿਆਂ ਨੇ ਬੜੀ ਤਾਰੀਫ ਕੀਤੀ ਅਤੇ ਸ਼ਾਬਾਸ਼ੀ ਦਿੱਤੀ। ਕੁਝ ਚਿਰ ਬਾਅਦ ਦਾਰਜੀ ਬੈਠਕ ਵਿੱਚੋਂ ਉੱਠ ਕੇ ਇੱਕ ਭੈਣ ਨਾਲ ਦੂਜੇ ਕਮਰੇ ਵਿੱਚ ਚਲੇ ਗਏ। ਫਿਰ ਮਾਂ ਵੀ ਬਾਹਰ ਆ ਗਈ। ਦਾਰਜੀ ਨੇ ਮਾਂ ਨੂੰ ਵੇਖਿਆ ਤੇ ਅੱਖ ਮਾਰੀ। ਇਹ ਮਾਂ ਦੱਸਦੀ ਹੈ, ਹੋ ਹਾਏ ਕਿੱਡਾ ਬਦਮਾਸ਼ ਮੁੰਡਾ ਹੈ, ਮੈਨੂੰ ਵੇਖ ਕੇ ਅੱਖ ਮਾਰੀ ਸੂ ਭਰਜਾਈ ਜੀ। ਇਹ ਗੱਲ ਤੇ ਸਾਰੇ ਘਰ ਵਿੱਚ ਝੱਟ ਅੱਗ ਵਾਂਗੂ ਫੈਲ ਗਈ। ਵੱਡਿਆਂ ਨੇ ਕਿਹਾ ਝੱਟ-ਪੱਟ ਮੰਗਣੀ ਦਾ ਇੰਤਜ਼ਾਮ ਕਰੋ ਬਈ, ਗੱਲ ਬਣ ਗਈ ਹੈ। ਲਾਹੌਰ ਵਾਪਸ ਪਰਤ ਕੇ ਝੱਟ ਮੰਗਣੀ ਹੋ ਗਈ। ਇਹ ਸਾਰਾ ਕਿੱਸਾ 1947 ਦੇ ਸ਼ੁਰੂਆਤੀ ਮਹੀਨਿਆਂ ਦਾ ਹੈ। ਉਸ ਵੇਲੇ ਦੇਸ਼ ਦਾ ਮਾਹੌਲ ਚੰਗਾ ਨਹੀਂ ਸੀ। ਇਸੇ ਸਾਲ ਦੇਸ਼ ਦੀ ਵੰਡ ਵੀ ਹੋ ਗਈ, ਕੋਈ ਕਿਤੇ ਤੇ ਕੋਈ ਕਿਤੇ। ਦਾਰਜੀ ਪ੍ਰੀਤਨਗਰ ਚਲੇ ਗਏ। ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਵਾਲਿਆਂ ਦੇ ਸਕੂਲ ਵਿੱਚ ਅਧਿਆਪਕ ਲੱਗ ਗਏ। ਉੱਥੇ ਉਹਨਾਂ ਨੇ ਕਈ ਯਾਰ ਦੋਸਤ ਲਾਹੌਰ ਵਾਲੇ ਵੀ ਇਕੱਠੇ ਹੋ ਗਏ ਸਨ। ਡਾਕਟਰ ਇੰਦਰਜੀਤ ਸਿੰਘ, ਅਚਲਾ ਸਚਦੇਵ, ਗਿਆਨ ਸਚਦੇਵ, ਬਲਵੰਤ ਗਾਰਗੀ, ਤੇਰਾ ਸਿੰਘ ਚੰਦ, ਪ੍ਰੇਮ ਸਚਦੇਵ, ਨਿਰੰਜਨ ਸਿੰਘ ਮਾਨ, ਪ੍ਰੀਤ ਮਾਨ, ਨਵਤੇਜ ਸਿੰਘ, ਸਰਦਾਰ ਗੁਰਬਖਸ਼ ਸਿੰਘ ਜੀ ਦੇ ਵੱਡੇ ਪੁੱਤਰ, ਸਾਰੇ ਮਿੱਤਰ ਰਲ ਕੇ ਹਿੰਦੁਸਤਾਨ ਦੀ ਆਜ਼ਾਦੀ ਦੇ ਸੁਪਨਿਆਂ ਨੂੰ ਸਾਕਾਰ ਹੁੰਦਿਆਂ ਵੇਖ ਰਹੇ ਸਨ। ਕਈ ਯੋਜਨਾਵਾਂ ਬਣਾਉਣ ਲੱਗ ਪਏ ਸਨ, ਜਿਸ ਵਿੱਚ ਆਮ ਇਨਸਾਨ ਨੂੰ ਜਾਗਰੂਕ ਕਰਨ ਲਈ ਨਾਟਕ ਖੇਡੇ ਜਾਂਦੇ ਸਨ। ਵਧੀਆ ਕਲਾਮ ਇਕੱਠਾ ਕਰਕੇ ਕੌਮੀ ਤਰਾਨੇ ਅਤੇ ਨਾਟਕ ਪੇਸ਼ ਕੀਤੇ ਜਾਂਦੇ ਸਨ। ਹਰ ਢੰਗ ਨਾਲ ਜਾਗ੍ਰਿਤੀ ਲਿਆਉਣ ਦੀ ਵਿਉਂਤ ਬਣ ਰਹੀ ਸੀ। ਉਸ ਵੇਲੇ ਦੋਸਤਾਂ ਯਾਰਾਂ ਨੇ ਦਾਰਜੀ ਨਾਲ ਕਾਫੀ ਛੇੜਛਾੜ ਕਰਨੀ ਅਤੇ ਕੁਝ ਇੰਜ ਕਹਿਣਾ, ਬਈ ਕਿੱਥੇ ਗਈ ਤੇਰੀ ਬੁਲਬੁਲ, ਐਵੇਂ ख्वाब ਹੀ ਦੇਖਦਾ ਰਹਿਣਾ ਹੈ ਜਾਂ ਹਕੀਕਤ ਵੀ ਬਣੇਗੀ। ਕਿਸਮਤ ਨੇ ਸਾਥ ਦਿੱਤਾ ਤੇ 29 ਜਨਵਰੀ 1948 ਨੂੰ ਸਭ ਮੁੜ ਕੇ ਠੀਕ ਹੁੰਦਾ ਨਜ਼ਰ ਆਇਆ। ਸਾਰਿਆਂ ਨੂੰ ਲੱਭ ਕੇ ਵਿਆਹ ਦੀ ਤਾਰੀਖ ਪੱਕੀ ਹੋ ਗਈ। ਇਹਨਾਂ ਦੋਸਤਾਂ ਵਿੱਚੋਂ ਹੀ 4 ਦੋਸਤ ਡਾਕਟਰ ਇੰਦਰਜੀਤ ਸਿੰਘ, ਗਿਆਨ ਸਚਦੇਵ, ਬਲਵੰਤ ਗਾਰਗੀ ਤੇ ਮੇਰੇ ਚਾਚਾ ਜੀ ਭੁਪਿੰਦਰ ਸਿੰਘ ਅਤੇ 5ਵੇਂ ਦਾਰਜੀ ਆਪ ਸਾਹਿਬਾਬਾਦ ਜਾ ਕੇ ਸ਼ਾਦੀ ਕੀਤੀ। ਇਹ ਇੱਕ ਬਿਲਕੁਲ ਸਾਦ ਮੁਰਾਦੀ ਸ਼ਾਦੀ ਸੀ। ਡੋਲੀ ਸਿੱਧੀ 1/2 ਕਰਜ਼ਨ ਰੋਡ ਦਿੱਲੀ ਬਲਵੰਤ ਗਾਰਗੀ ਅੰਕਲ ਦੇ ਘਰ ਪੁੱਜੀ, ਜਿੱਥੇ ਫਿਰ ਬੰਬਈ ਜਾਣ ਦਾ ਪਲਾਨ ਬਣਿਆ। ਬੰਬਈ ਵਾਇਆ ਤਾਜ ਮਹਿਲ ਦੇਖ ਕੇ ਜਾਣਾ ਸੀ। ਦਾਰਜੀ ਸੁਣਾਉਂਦੇ ਸਨ ਕਿ ਜਦੋਂ ਰੇਲ ਗੱਡੀ ਖੇਤਾਂ ਵਿੱਚੋਂ ਲੰਘ ਰਹੀ ਸੀ, ਮੈਂ ਸੁਰਿੰਦਰ ਨੂੰ ਕਿਹਾ, ਸਾਡੀ ਜ਼ਿੰਦਗੀ ਵੀ ਇਹਨਾਂ ਖੇਤਾਂ ਵਾਂਗ ਹੀ ਲਹਿਰਾਵੇਗੀ। ਇਹ ਸੁਣ ਕੇ ਉਹ ਖਿੜਖਿੜਾ ਕੇ ਹੱਸਣ ਲੱਗ ਪਈ ਤੇ ਕਹਿਣ ਲੱਗੀ ਕਿ ਅਸੀਂ ਖੇਤਾਂ ਵਿੱਚ ਰਵਾਂਗੇ। ਦਾਰਜੀ ਨੇ ਇਹ ਗੱਲ ਸੁਣਾਉਂਦਿਆਂ ਮੇਰੇ ਵੱਲ ਬੜੇ ਸ਼ਰਾਰਤੀ ਅੰਦਾਜ਼ ਨਾਲ ਤੱਕ ਕੇ ਕਿਹਾ, ਮੈਨੂੰ ਉਸੇ ਦਿਨ ਪਤਾ ਲੱਗ ਗਿਆ ਸੀ ਬੱਚਾ ਕਿ ਤੇਰੀ ਮਾਂ ਕਿੰਨੀ ਕੁ ਭੋਲੀ ਤੇ ਅਲੜ ਹੈ। ਮੈਂ ਸੋਚ ਲਿਆ ਸੀ ਕਿ ਇਸ ਨੂੰ ਸਹੀ ਦਿਸ਼ਾ ਦਿਖਾਉਣੀ ਬੜੀ ਜ਼ਰੂਰੀ ਹੈ।
ਉਹ ਇੱਕ ਭੋਲੀ ਭਾਲੀ ਮੁਟਿਆਰ ਸੀ ਜਿਸ ਨੂੰ ਆਪਣੇ ਹੁਨਰ ਦਾ ਤਾਂ ਅੰਦਾਜ਼ਾ ਹੀ ਨਹੀਂ ਸੀ। ਉਹ ਭੋਲੇ ਭਾ ਰੱਬ ਕੋਲੋਂ ਕਿਹੜੇ ਵਰਦਾਨ ਨੂੰ ਹਾਸਿਲ ਕਰਕੇ ਬੈਠੀ ਹੋਈ ਸੀ। ਬੰਬਈ ਜਾ ਕੇ ਦਾਰਜੀ ਆਪਣੇ ਮਿੱਤਰ ਰਮੇਸ਼ ਸਹਿਗਲ ਦੇ ਨਾਲ ਅਸਿਸਟੈਂਟ ਡਾਇਰੈਕਟਰ ਬਣ ਗਏ ਅਤੇ ਮਾਂ ਦੀ ਉਹਨਾਂ ਨੇ ਕਈ ਮਿਊਜ਼ਿਕ ਡਾਇਰੈਕਟਰਾਂ ਨਾਲ ਮੁਲਾਕਾਤ ਕਰਵਾਈ। ਝਟਪਟ ਹੀ ਰਿਕਾਰਡਿੰਗਾਂ ਸ਼ੁਰੂ ਹੋ ਗਈਆਂ। ਹੁਸਨ ਲਾਲ ਭਗਤ ਰਾਮ, ਸੀ ਰਾਮਚੰਦਰ, ਗੁਲਾਮ ਹੈਦਰ, ਸਰਦੂਲ ਕਵਾਤੜਾ, ਐਸ ਮਹਿੰਦਰ, ਹੰਸਰਾਜ ਬਹਿਲ, ਜਿਵੇਂ ਕਿ ਉਸ ਸਮੇਂ ਦੇ ਨਾਮਵਰ ਸੰਗੀਤਕਾਰ ਸਨ। ਜਿੰਨੇ ਕੁ ਨਾਮਵਰ ਸੰਗੀਤਕਾਰ ਸਨ ਉਹਨਾਂ ਨਾਲ 3 ਸਾਲ ਵਿੱਚ ਹੀ ਮਾਂ ਨੇ ਕੋਈ 35 ਫਿਲਮਾਂ ਵਿੱਚ ਗਾਇਆ। ਸੁਰਿੰਦਰ ਕੌਰ ਫਿਰ ਇੱਕ ਮਾਂ ਬਣੀ, ਮੇਰੀ ਮਾਂ। ਨਾਨਾ ਜੀ ਅਤੇ ਨਾਨੀ ਜੀ ਨੇ ਬਹੁਤ ਖੁਸ਼ੀ ਮਨਾਈ ਕਿ ਸੁਰਿੰਦਰ ਦੇ ਘਰ ਇੱਕ ਬਾਲ ਦਾ ਜਨਮ ਹੋਇਆ ਹੈ। ਉਹਨਾਂ ਨੂੰ ਇਹ ਵਿਸ਼ਵਾਸ ਨਹੀਂ ਸੀ ਹੁੰਦਾ ਕਿ ਸੁਰਿੰਦਰ ਕਦੇ ਇੱਕ ਮਾਂ ਵੀ ਬਣ ਸਕਦੀ ਹੈ। ਇਤਨੀ ਛਿੰਦੀ, ਸ਼ਰਾਰਤੀ ਅਤੇ ਬੇਤੜਕ ਮਿਜਾਜ਼ ਵਾਲੀ ਕੁੜੀ, ਇੱਕ ਠਹਿਰੀ ਹੋਈ ਔਰਤ ਅਤੇ ਇੱਕ ਮਾਂ। ਨਾਨੀ ਕਹਿੰਦੀ, ਮੈਨੂੰ ਤਾਂ ਇੰਜ ਲੱਗਦਾ ਸੀ ਕਿ ਇਹ ਸਦਾ ਹੀ ਬੱਚਿਆਂ ਵਾਂਗੂ ਖੇਡਦੀ ਅਤੇ ਗਾਉਂਦੀ ਰਹੇਗੀ। ਇਹ ਤਬਦੀਲੀ ਤੇਰੇ ਪਿਓ ਦੀ ਕਰਾਮਾਤ ਹੈ। ਉਸਨੇ ਹੀ ਇਸ ਨੂੰ ਔਰਤ ਹੋਣ ਦਾ ਮਾਣ ਬਖਸ਼ਿਆ ਹੈ। ਜੋਗਿੰਦਰ ਸਿੰਘ ਬੜਾ ਹੀ ਵਧੀਆ ਤੇ ਸਮਝਦਾਰ ਬੰਦਾ ਹੈ। ਉਹਦੇ ਪਿਆਰ ਤੇ ਦੁਲਾਰ ਨਾਲ ਸੁਰਿੰਦਰ ਸਹੀ ਰਾਹ ਤੇ ਚੱਲ ਪਈ ਹੈ। ਇਹ ਸਾਰੇ ਲਾਡ ਪਿਆਰ ਦਾ ਇਵਜ਼ ਮੈਨੂੰ ਮਿਲਿਆ ਹੈ ਅਤੇ ਮੈਂ ਇਸ ਨੂੰ ਆਪਣੀ ਜ਼ਿੰਦਗੀ ਦਾ ਖਜ਼ਾਨਾ ਸਮਝਦੀ ਹਾਂ। ਮੇਰਾ ਜਨਮ 13 ਅਪ੍ਰੈਲ 1949 ਨੂੰ ਬੰਬਈ ਵਿੱਚ ਹੋਇਆ। ਅਸੀਂ ਸਾਰੇ ਵੱਡੀ ਮਾਸੀ ਮਹਿੰਦਰ ਦੇ ਨਾਲ ਅੰਧੇਰੀ ਬੰਬਈ ਹੀ ਰਹਿੰਦੇ ਸਾਂ, ਜਿੱਥੇ ਬਹੁਤ ਵੱਡੀ ਕੋਠੀ ਸੀ, ਵਿਚਕਾਰ ਖੂਹ ਸੀ ਅਤੇ ਪਿੱਛੇ ਸਮੁੰਦਰ। ਬੜਾ ਸੋਹਣਾ ਨਜ਼ਾਰਾ ਸੀ। ਸਾਲ ਕੁ ਮਗਰੋਂ ਸ਼ਹਿਰ ਵਿੱਚ ਕੰਮ ਬਹੁਤਾ ਹੋਣ ਕਰਕੇ ਵਰਲੀ ਸੀਫੇਸ ਵਿੱਚ ਫਲੈਟ ਲਿਆ। ਇਹ ਤਾਂ ਉਸ ਤੋਂ ਵੀ ਕਮਾਲ ਦੀ ਜਗ੍ਹਾ ਸੀ। ਸਮੁੰਦਰ ਦੇ ਕਿਨਾਰੇ ਬਹੁਤ ਖੂਬਸੂਰਤ ਨਜ਼ਾਰਾ, ਐਨ ਬੰਬਈ ਦੀ ਖਾਸ ਕਾਲੋਨੀ ਸੀ। ਪਰ ਦੁੱਖ ਦੀ ਗੱਲ ਇਹ ਹੋਈ ਕਿ ਇਹ ਸਭ ਕੁਝ ਬਹੁਤੀ ਦੇਰ ਨਹੀਂ ਰਿਹਾ। ਮਾਂ ਨੂੰ ਅਪੈਂਡਿਸਾਈਟਿਸ ਹੋ ਗਿਆ। ਉਹ ਦਰਦ ਨਾਲ ਰੋਂਦੀ ਕੁਰਲਾਉਂਦੀ ਦਾਰਜੀ ਨੂੰ ਕਹਿਣ ਲੱਗੀ, ਇੱਕ ਵਾਰੀ ਮੈਨੂੰ ਮੇਰੇ ਮਾਂ-ਪਿਓ ਕੋਲ ਲੈ ਜਾਓ, ਸ਼ਾਇਦ ਮੈਂ ਫਿਰ ਵਾਪਸ ਨਾ ਆਵਾਂ। ਦਿੱਲੀ ਆ ਕੇ ਸਿੱਧੀ ਗਾਜ਼ੀਆਬਾਦ ਨਾਨਾ ਜੀ ਦੇ ਘਰ ਗਈ। ਬੜਾ ਰੋਈ, ਕਹਿਣ ਲੱਗੀ, ਹੁਣ ਤਾਂ ਮੈਂ ਮਰ ਹੀ ਜਾਣਾ, ਜਿਵੇਂ ਮੇਰਾ ਭਰਾ ਗੁਰਬਚਨ ਗਿਆ ਸੀ। ਸਾਰਿਆਂ ਨੇ ਬੜਾ ਸਮਝਾਇਆ। ਦਿੱਲੀ ਨਰਿੰਦਰਾ ਪੈਲੇਸ ਵਿੱਚ ਡਾਕਟਰ ਪੁਰੀ ਨੇ ਆਪਰੇਸ਼ਨ ਕੀਤਾ। ਉਸ ਤੋਂ ਬਾਅਦ ਮਾਂ ਨੇ ਮੁੜ ਕੇ ਬੰਬਈ ਜਾਣ ਦਾ ਕਦੇ ਨਾਂ ਹੀ ਨਹੀਂ ਲਿਆ। ਹਜ਼ਾਰਾਂ ਰੁਪਏ ਲੋਕਾਂ ਨੇ ਦੇਣੇ ਸਨ, ਪਰ ਮਾਂ ਕਿਸੇ ਕੋਲੋਂ ਮੰਗਣ ਨਹੀਂ ਗਈ। ਦਾਰਜੀ ਵੀ ਬਹੁਤ ਖੁਦਦਾਰ ਸਨ ਅਤੇ ਮਾਂ ਨੂੰ ਉਹਨਾਂ ਨੇ ਇਸੇ ਖੁਦਦਾਰੀ ਦਾ ਸਬਕ ਪੜਾਇਆ ਸੀ। ਆਪਣੇ ਬਲਬੂਤੇ ਤੇ ਜ਼ਿੰਦਗੀ ਕੱਟਣੀ ਹੈ, ਮੈਨੂੰ ਵੀ ਸਦਾ ਇਹੋ ਹਦਾਇਤ ਦਿੱਤੀ ਅਤੇ ਆਪ ਵੀ ਇਸੇ ਅਸੂਲ ਤੇ ਚੱਲੇ ਅਤੇ ਕਹਿਣ ਲੱਗੇ, ਮੰਗਣ ਦੀ ਕੋਈ ਲੋੜ ਨਹੀਂ, ਉਹ ਆਪੇ ਦੇਣ ਤਾਂ ਠੀਕ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੋਈ ਵੀ ਨਹੀਂ ਮੁੜ ਕੇ ਬੋੜਿਆ।